ਨਮਸਕਾਰ, ਮੈਂ ਵਿਨੇ ਹਰੀ। ਅੱਜ ਚੰਦ ਗੱਲਾਂ ਕਰਾਂਗੇ ਅਸੀਂ ਜੋ ਬਹੁਤ ਸਾਰੇ ਬੱਚਿਆਂ ਦੇ ਦਿਮਾਗ ਦੇ ਵਿੱਚ ਹੈ। ਕੈਨੇਡਾ ਅੰਬੈਸੀ ਵੱਲੋਂ ਸਟੂਡੈਂਟ ਵੀਜ਼ਾ ਵਾਸਤੇ ਕੁਝ ਇੱਕ ਨਵੇਂ ਰੂਲਸ ਦੀ, ਨਵੇਂ ਤਰੀਕਿਆਂ ਦੀ ਗੱਲ ਕੀਤੀ ਗਈ ਹੈ। ਕੀ ਨੇ ਇਹ ਨਵੇਂ ਰੂਲ? ਸਮਝ ਨਹੀਂ ਲੱਗਦੇ ਪਏ, ਕਿਉਂਕਿ ਸਰਕਾਰ ਨੇ ਤਾਂ ਟਵੀਟ ਕਰਕੇ ਛੱਡਤਾ, ਮਿਨਿਸਟਰ ਨੇ ਟਵੀਟ ਕਰਤਾ, ਸਰਕਾਰਾਂ ਨੇ ਵੈਬਸਾਈਟ ਤੇ ਪਾਤਾ ਕਿ ਕੈਨੇਡਾ ਦੇ ਸਟੱਡੀ ਵੀਜ਼ਾ ਦੇ ਰੂਲ ਅਸੀਂ 2 ਸਟੈਪ ਦੇ ਵਿੱਚ ਕਰਤੇ। ਜਦੋਂ ਉਸ ਚੀਜ਼ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਛੱਡ ਦਿੱਤੀਆਂ ਗਈਆਂ। ਹੁਣ ਉਹਨਾਂ ਚੀਜ਼ਾਂ ਦੇ ਕੀ ਜਵਾਬ ਨੇ, ਕੋਈ ਨਹੀਂ ਜਾਣਦਾ। ਇਹ ਸਮਾਂ ਦੱਸੇਗਾ ਕਿ ਵੀਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ। ਕੀ ਨੇ ਚੇਂਜਿਸ? ਬਹੁਤ ਸਾਰੇ ਬੱਚੇ ਪਰੇਸ਼ਾਨ ਨੇ, ਲੋਕਾਂ ਨੂੰ ਨਹੀਂ ਸਮਝ ਲੱਗਦਾ ਪਿਆ ਕੀ ਚੇਂਜਿਸ ਹੋਈਆਂ। ਹੁਣ ਇਹਨਾਂ ਚੀਜ਼ਾਂ ਨਾਲ ਕਿੱਦਾਂ ਨਜਿੱਠਾਂਗੇ ਅਸੀਂ ਲੋਕ? ਪਹਿਲਾਂ ਤਾਂ ਚੇਂਜਿਸ ਕਿਉਂ ਹੋਈਆਂ, ਕਿੱਦਾਂ ਹੋਈਆਂ? ਅਸੀਂ ਅੱਗੇ ਵੀ ਕਹਿੰਦੇ ਰਹੇ ਹਾਂ ਕਈ ਵਾਰੀ ਆਪਣੇ ਲਾਈਵ ਸ਼ੋਜ਼ ਦੇ ਵਿੱਚ ਕਿ ਇਹ ਕਾਰੋਬਾਰ ਹੈ, ਔਰ ਕਾਰੋਬਾਰ ਦੇ ਵਿੱਚ ਪ੍ਰੋਫਿਟ ਔਰ ਲਾਸ ਦੀ ਗੱਲ ਹੁੰਦੀ ਹੈ। ਬਹੁਤ ਸਾਰੇ ਬੁੱਧੀਜੀਵੀ ਲੋਕ, ਪੜ੍ਹੇ ਲਿਖੇ ਲੋਕ, ਸਮਾਜਿਕ ਲੋਕ ਕਹਿੰਦੇ ਨੇ ਕਿ ਇਹ ਬਾਹਰ ਜਾਣਾ ਇਹ ਚੰਗੀ ਸਿੱਖਿਆ ਵਾਸਤੇ ਹੈ, ਬਟ ਸਿੱਖਿਆ ਸਾਡੇ ਮੁਲਕ 'ਚ ਵੀ ਬਹੁਤ ਵਧੀਆ ਵਾ। ਲੋਕ ਬਾਹਰ ਜਾਂਦੇ ਨੇ ਚੰਗੇ ਫਿਊਚਰ ਲਈ ਜਾਂਦੇ ਨੇ, ਚੰਗੇ ਸਮਾਜ ਦੇ ਵਿੱਚ ਰਹਿਣਾ ਚਾਹੁੰਦੇ ਨੇ ਲੋਕ। ਓਪਰਚੁਨਿਟੀਜ਼ ਨਹੀਂ ਹੈਗੀਆਂ ਤਾਂ ਲੋਕ ਬਾਹਰ ਜਾਂਦੇ ਆ। ਜਦੋਂ ਪੜ੍ਹਾਈ ਦੀ ਗੱਲ ਕਰਦੇ ਆ, ਇਹ ਕਾਰੋਬਾਰ ਹੈ। ਜੇ ਇੱਥੇ ਸਕੂਲ ਕਾਲਜ ਚੱਲਦੇ ਆ ਤੇ ਉਹਨਾਂ ਤੋਂ ਚੰਦ ਪੈਸੇ ਬਣਦੇ ਆ, ਔਰ ਉਹਨਾਂ ਪੈਸਿਆਂ ਦੇ ਨਾਲ ਸਮਾਜ ਵੀ ਚੱਲਦਾ, ਇਕਨੋਮੀ ਵੀ ਚੱਲਦੀ ਹੈ। ਅੱਜ ਜਿੰਨੇ ਵੀ ਲੋਕ ਮੈਨੂੰ ਇਹ ਵੀਡੀਓ ਨੂੰ ਸੁਣਦੇ ਪਏ ਨੇ, ਬੜਾ ਚੰਗੀ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡਾ ਬੱਚਾ ਅੱਜ ਪ੍ਰਾਈਵੇਟ ਕਾਲਜ 'ਚ ਪੜ੍ਹਦਾ। ਇੱਥੇ ਜ਼ਿਆਦਾਤਰ ਲੋਕਾਂ ਦੇ ਬੱਚੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਪੜ੍ਹਦੇ ਆ, ਸਰਕਾਰੀ ਕਾਲਜਾਂ 'ਚ ਘੱਟ ਪੜ੍ਹਦੇ ਆ। ਕਿਉਂ ਅਸੀਂ ਸਰਕਾਰੀ ਕਾਲਜਾਂ 'ਚ ਨਹੀਂ ਪੜ੍ਹਦੇ? ਕਿਉਂ ਪ੍ਰਾਈਵੇਟ ਕਾਲਜਾਂ 'ਚ ਕਿਉਂ ਪੈਸਾ ਦਿੰਦੇ ਆ? ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਜਿਹਦੇ ਕਰਕੇ ਅਸੀਂ ਬੱਚੇ ਦੇ ਪੜ੍ਹਾਈ ਤੇ ਪੈਸੇ ਖਰਚਦੇ ਹਾਂ। ਇੱਦਾਂ ਹੀ ਕੈਨੇਡਾ ਦੇ ਜਿਹੜੇ ਕਾਲਜ ਨੇ, ਉਹਨਾਂ ਦਾ ਇਹ ਕਾਰੋਬਾਰ ਹੈ। ਮਿਨਿਸਟਰ ਨੇ ਆਪਣੀ ਪਹਿਲੀ ਲਾਈਨ ਦੇ ਵਿੱਚ ਕੀ ਕੀਤਾ, ਜਿੱਥੋਂ ਗੱਲ ਸ਼ੁਰੂ ਕੀਤੀ, ਦੇ ਸੈਡ ਕਿ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦਾ $21 ਬਿਲੀਅਨ ਦਾ ਯੋਗਦਾਨ ਹੈ। ਅਸੀਂ ਵੀ ਬੜੇ ਮਿਲੀਅਨ ਬਿਲੀਅਨ ਸੁਣੇ ਆ। ਪਹਿਲੀ ਵਾਰੀ ਮੈਂ ਆਪਣੇ ਕੈਲਕੂਲੇਟਰ ਤੇ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਜ਼ੀਰੋਆਂ ਗਿਣਨ ਦੀ ਕੋਸ਼ਿਸ਼ ਕੀਤੀ ਕਿ 21 ਬਿਲੀਅਨ ਕਿੰਨਾ ਹੁੰਦਾ। ਜਦੋਂ ਮੋਦੀ ਜੀ ਨੇ, ਪ੍ਰਧਾਨ ਮੰਤਰੀ ਨੇ ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਆਰਥਿਕ ਪੈਕੇਜ ਦਿੱਤਾ, ਜਦੋਂ ਸਰਕਾਰ ਨੇ ਇਸ ਚੀਜ਼ ਦਾ ਬਿਆਨ ਕੀਤੇ, ਇਸ ਚੀਜ਼ ਦੀ ਘੋਸ਼ਣਾ ਕੀਤੀ ਕਿ ਅਸੀਂ 20 ਲੱਖ ਕਰੋੜ ਰੁਪਏ ਦਾ ਪੈਕੇਜ ਲੈ ਕੇ ਆਏ ਹਾਂ, ਤਾਂ ਲੋਕਾਂ ਨੂੰ ਸਮਝ ਨਹੀਂ ਲੱਗੀ 20 ਲੱਖ ਕਰੋੜ ਕਿੰਨਾ ਹੁੰਦਾ। ਤੇ ਮੈਂ ਜਦੋਂ 21 ਬਿਲੀਅਨ ਨੂੰ ਗੁਣਾ ਕੀਤੀ 55 ਦੇ ਨਾਲ, ਤੇ ਕਿਹੜੀ ਰਕਮ ਮੇਰੇ ਸਾਹਮਣੇ ਬਣ ਕੇ ਆਈ। ਮੇਰੇ ਲਈ ਵੀ ਬੜੀ ਵੱਡੀ ਰਕਮ ਸੀਗੀ। ਉਹ ਰਕਮ ਬਣ ਕੇ ਆਈ 1,20,000 ਕਰੋੜ ਰੁਪਈਆ। ਕੈਨੇਡਾ ਦੀ ਕਾਲਜਾਂ ਨੂੰ ਹਰ ਸਾਲ 1,20,000 ਕਰੋੜ ਰੁਪਈਆ ਆਮਦਨ ਹੈ। ਜਿਹੜੇ ਬੱਚੇ ਸਾਡੇ ਪੜ੍ਹਨ ਜਾਂਦੇ ਆ, ਇਹਨਾਂ ਬੱਚਿਆਂ ਤੋਂ 1,20,000 ਕਰੋੜ ਰੁਪਈਆ ਉੱਥੇ ਦੀ ਸਰਕਾਰ ਨੂੰ ਜਾਂਦਾ। ਔਰ ਜਿਹੜੇ ਬੱਚੇ ਜਾਂਦੇ ਆ, 70% ਤੋਂ ਵੱਧ ਬੱਚੇ ਸਤੰਬਰ ਇਨਟੇਕ 'ਚ ਜਾਂਦੇ ਆ। ਸਤੰਬਰ ਦੇ ਵਿੱਚ ਕਲਾਸਾਂ ਸ਼ੁਰੂ ਹੁੰਦੀਆਂ। ਜਿੱਦਾਂ ਸਾਡੇ ਅਪ੍ਰੈਲ ਮਈ ਤੋਂ ਸੈਸ਼ਨ ਸ਼ੁਰੂ ਹੁੰਦਾ ਵਾ ਨਵਾਂ, ਇੱਦਾਂ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਸਤੰਬਰ ਮੇਜਰ ਸੈਸ਼ਨ ਹੁੰਦਾ। ਅਸੀਂ ਅੱਜ ਜੂਨ ਜੁਲਾਈ ਦੇ ਮਹੀਨਿਆਂ ਦੇ ਵਿੱਚੋਂ ਗੁਜ਼ਰਦੇ ਪਏ ਆ। ਸਤੰਬਰ ਇਨਟੇਕ 'ਚ ਬੱਚਿਆਂ ਨੇ ਬਾਹਰ ਜਾਣਾ ਸੀ, ਸਾਰਾ ਸਿਸਟਮ ਬੰਦ ਪਿਆ ਵਾ। ਨਾ ਬਾਇਓਮੈਟ੍ਰਿਕ ਹੋ ਰਹੇ ਆ, ਨਾ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲੇ ਆ, ਨਾ ਅੰਬੈਸੀ ਖੁੱਲੀ ਆ। ਤੁਸੀਂ ਫਾਈਲ ਕਿੱਥੇ ਜਮ੍ਹਾਂ ਕਰਾਓਗੇ? ਤੁਹਾਡਾ ਤੇ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਸਤੰਬਰ ਦੇ ਵਿੱਚ 1,20,000 ਕਰੋੜ ਰੁਪਏ ਦਾ ਨੁਕਸਾਨ ਉੱਥੇ ਦੀ ਗਵਰਨਮੈਂਟ ਦਾ ਹੋਣਾ, ਜਿਹਦੇ ਕਰਕੇ ਉਹਨਾਂ ਦੇ ਮਿਨਿਸਟਰ ਨੇ ਇਹ ਪ੍ਰੋਸੈਸ ਸ਼ੁਰੂ ਕੀਤਾ। ਇਹ 2 ਸਟੈਪ ਵੀਜ਼ਾ ਪ੍ਰੋਸੈਸ ਸ਼ੁਰੂ ਕੀਤਾ ਗਿਆ। ਪਹਿਲੇ ਸਟੈਪ ਦੇ ਵਿੱਚ ਤੁਹਾਨੂੰ ਅਪਰੂਵਲ ਮਿਲਣੀ ਹੈ, ਦੂਜੇ ਸਟੈਪ ਦੇ ਵਿੱਚ ਜਿਹੜੀ ਅਪਰੂਵਲ ਹੈ ਉਹਦੇ ਨਾਲ ਤੁਸੀਂ ਟਰੈਵਲ ਕਰਨਾ ਹੈ। ਕੀ ਹੈ ਪਹਿਲਾ ਸਟੈਪ? ਪਹਿਲੇ ਸਟੈਪ ਦੇ ਵਿੱਚ ਤੁਸੀਂ ਫਾਈਲ ਲਾ ਦਿਓਗੇ, ਤੁਹਾਨੂੰ ਆਨਲਾਈਨ ਅਪਰੂਵਲ ਮਿਲੂਗੀ। ਤੁਹਾਨੂੰ ਅਪਰੂਵਲ ਮਿਲ ਗਈ, ਤੁਸੀਂ ਆਪ ਦੀ ਪੜ੍ਹਾਈ ਆਨਲਾਈਨ ਸ਼ੁਰੂ ਕਰ ਦਿਓਗੇ।
ਸਰਕਾਰ ਵੱਲੋਂ ਕਿਹਾ ਗਿਆ ਕਿ ਤੁਸੀਂ 50% ਪੜ੍ਹਾਈ ਇੰਡੀਆ 'ਚ ਬੈਠ ਕੇ ਕਰ ਲਓ। ਜਦੋਂ ਸਾਡੇ ਹਾਲਾਤ ਠੀਕ ਹੋਣਗੇ, ਜਦੋਂ ਬਾਇਓਮੈਟ੍ਰਿਕ ਕਰਨ ਦੇ ਹਾਲਾਤ 'ਚ ਹੋ ਜਾਣਗੇ, ਜਦੋਂ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ੍ਹ ਜਾਣਗੇ, ਉਦੋਂ ਤੁਸੀਂ ਕਾਗਜ਼ ਜਮ੍ਹਾਂ ਕਰਾਓਗੇ, ਫਿਰ ਅਸੀਂ ਸਟੇਜ 2 ਦੀ ਅਪਰੂਵਲ ਦੇਵਾਂਗੇ ਤੁਹਾਨੂੰ। ਜਦੋਂ ਸਟੇਜ 2 ਦੀ ਅਪਰੂਵਲ ਆ ਜਾਏਗੀ, ਉਹਦੇ ਤੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ ਟਰੈਵਲ ਕਰ ਪਾਓਗੇ। ਅੱਜ ਦਾ ਜਿਹੜਾ ਕੈਨੇਡਾ ਦਾ ਟਰੈਵਲ ਬੈਨ ਹੈ, ਉਹ ਅਗਸਤ ਦੇ ਮਹੀਨੇ ਤੱਕ ਕੰਟੀਨਿਊ ਕਰ ਦਿੱਤਾ ਗਿਆ ਉੱਥੇ ਦੀ ਸਰਕਾਰ ਵੱਲੋਂ। ਕਿਉਂ ਕੀਤਾ ਗਿਆ ਇਹ ਸਾਰਾ ਕੁਝ? ਇਹਦੇ ਪਿੱਛੇ 1,20,000 ਕਰੋੜ ਰੁਪਈਆ ਵਾ। ਸਮਝੀਏ ਇਸ ਚੀਜ਼ ਨੂੰ। ਜੇ ਸਤੰਬਰ ਦੇ ਵਿੱਚ ਆਨਲਾਈਨ ਕਲਾਸਾਂ ਨਾ ਸ਼ੁਰੂ ਹੋਈਆਂ, ਜੇ ਸਤੰਬਰ ਦੇ ਵਿੱਚ ਕਾਲਜਾਂ ਨੂੰ ਪੈਸੇ ਨਾ ਗਏ, ਜਿਹੜਾ ਬੱਚੇ ਨੇ ਸਤੰਬਰ 'ਚ ਕਲਾਸ ਨਾ ਲਾਈ, ਉਹਦੀ ਵਾਰੀ ਅਗਲੇ ਸਾਲ ਸਤੰਬਰ ਨੂੰ ਆਣੀ ਹੈ। ਜਿਨ੍ਹਾਂ ਬੱਚਿਆਂ ਦੇ ਮਈ ਦੇ ਵਿੱਚ ਵੀਜ਼ੇ ਲੱਗੇ ਹੋਏ ਸੀ, ਉਹ ਟਰੈਵਲ ਨਹੀਂ ਕਰ ਪਾਏ। ਸਤੰਬਰ ਦੇ ਵਿੱਚ ਕੋਈ ਟਰੈਵਲ ਨਹੀਂ ਕਰ ਰਿਹਾ, ਸਾਰੇ ਦੇ ਸਾਰੇ ਬੱਚੇ ਜਨਵਰੀ ਇਨਟੇਕ ਦੇ ਵਿੱਚ ਡੈਫਰ ਹੋ ਗਏ। ਤੁਹਾਨੂੰ ਜਾਣ ਕੇ ਬੜਾ ਅਜੀਬ ਲੱਗੇਗਾ ਕਿ ਅੱਜ ਕੈਨੇਡਾ ਦੇ ਵਿੱਚ ਜਨਵਰੀ ਸੈਸ਼ਨ ਦੇ ਵਿੱਚ ਸੀਟਾਂ ਖਤਮ ਹੋ ਗਈਆਂ, ਸਤੰਬਰ ਸੈਸ਼ਨ 'ਚ ਹਜੇ ਵੀ ਪਈਆਂ। ਅੱਜ ਸਤੰਬਰ ਸੈਸ਼ਨ ਦੇ ਵਿੱਚ ਸੀਟਾਂ ਪਈਆਂ ਜੇਕਰ ਤੁਸੀਂ ਆਨਲਾਈਨ ਕਲਾਸ ਲਾਣੀ ਚਾਹੁੰਦੇ ਹੋ। ਜੇ ਤੁਸੀਂ ਅੱਜ ਤੋਂ ਆਨਲਾਈਨ ਕਲਾਸ ਨਹੀਂ ਲਾਈ, ਤੁਹਾਡੀ ਅਗਲੀ ਵਾਰੀ ਹੁਣ ਅਗਲੇ ਸਤੰਬਰ 'ਚ ਆਣੀ ਹੈ। ਮੇਕ ਸ਼ੋਰ ਕਿ ਜਿਹੜੇ ਲੋਕ ਕੈਨੇਡਾ ਜਾਣਾ ਚਾਹੁੰਦੇ ਆ, ਆਹ ਟਾਈਮ ਹੈ ਅੱਜ ਦਾ। ਜੇ ਤੁਸੀਂ ਸਤੰਬਰ ਤੋਂ ਪਹਿਲਾਂ ਆਪਣਾ ਵੀਜ਼ਾ ਅਪਲਾਈ ਕਰ ਦਿੰਦੇ ਹੋ, ਤੁਹਾਨੂੰ ਵੀਜ਼ਾ ਮਿਲ ਜਾਂਦਾ, ਤਾਂ ਤੁਸੀਂ ਆਨਲਾਈਨ ਕਲਾਸ ਲਾ ਕੇ ਜਦੋਂ ਹਾਲਾਤ ਠੀਕ ਹੁੰਦੇ ਆ, ਤੁਸੀਂ ਉਦੋਂ ਚੜ੍ਹ ਸਕਦੇ ਹੋ। ਤੇ ਜੇ ਤੁਸੀਂ ਹੁਣ ਆਨਲਾਈਨ ਕਲਾਸ ਨਾ ਸ਼ੁਰੂ ਕੀਤੀ, ਜੇ ਤੁਸੀਂ ਸਤੰਬਰ ਇਨਟੇਕ ਦਾ ਨਾ ਅਪਲਾਈ ਕੀਤਾ, ਤੇ ਤੁਹਾਡੀ ਵਾਰੀ ਫਿਰ ਅਗਲੇ ਸਾਲ ਸਤੰਬਰ ਨੂੰ ਆਣੀ ਹੈ। ਇਹ ਬਹੁਤ ਵੱਡਾ ਵਹਿਮ ਹੈ ਬੱਚਿਆਂ ਦੇ ਵਿੱਚ। ਬੱਚਿਆਂ ਨੂੰ ਨਹੀਂ ਸਮਝ ਲੱਗਦਾ ਪਿਆ ਕਿਹਦੇ ਕੋਲੋਂ ਗਾਈਡੈਂਸ ਲਈਏ, ਕੌਣ ਸਮਝਾਏਗਾ। ਕਿਸੇ ਵੀ ਦੁਕਾਨ ਤੇ ਜਾਂਦੇ ਆ, ਉੱਥੇ ਯੂਕੇ ਦੀ ਗੱਲ ਹੋ ਰਹੀ ਆ, ਉੱਥੇ ਕੈਨੇਡਾ ਦੀ ਗੱਲ ਨਹੀਂ ਹੋ ਰਹੀ। ਕੱਲ ਵੀ ਮੈਂ ਚੰਦ ਮੇਰੇ ਏਜੰਟ ਕੰਸਲਟੈਂਟ ਵੀਰ ਨੇ ਜਿਹੜੇ ਉਹਨਾਂ ਦੇ ਵੀਡੀਓ ਸੁਣਦਾ ਸੀਗਾ, ਜਿਹੜੇ ਕਹਿ ਰਹੇ ਕਿ ਨਹੀਂ ਅਸੀਂ ਤਾਂ ਸਤੰਬਰ ਇਨਟੇਕ 'ਚ ਕਿਸੇ ਦਾ ਕੇਸ ਨਹੀਂ ਲਾਵਾਂਗੇ। ਯਾਦ ਰੱਖਿਓ, ਜੇ ਤੁਸੀਂ ਸਤੰਬਰ 'ਚ ਕੇਸ ਨਾ ਲਾਇਆ, ਜਨਵਰੀ 'ਚ ਲੱਗਣਾ ਨਹੀਂ, ਔਰ ਅਗਲੀ ਵਾਰੀ ਜਿਹੜੀ ਆਣੀ ਉਹ ਸਤੰਬਰ 'ਚ ਆਣੀ ਹੈ। ਜੇ ਅੱਜ ਤੁਸੀਂ ਨਾ ਗਏ, ਅੱਜ ਤੁਸੀਂ ਨਾ ਅਪਲਾਈ ਕੀਤਾ, ਟਾਈਮ ਬਹੁਤ ਥੋੜਾ ਹੈ ਤੁਹਾਡੇ ਕੋਲ। ਦੂਸਰੇ ਪਾਸੇ ਰਿਜ਼ਲਟ ਤੇ ਆ ਜਾਈਏ, ਰਿਜ਼ਲਟ ਕੀ ਰਹੇਗਾ? ਤੁਹਾਨੂੰ ਲੱਗਦਾ ਜਦੋਂ ਇੱਕ ਮਿਨਿਸਟਰ ਨੇ ਗੱਲ ਹੀ ਸ਼ੁਰੂ ਕੀਤੀ 1,20,000 ਕਰੋੜ ਤੋਂ, ਹੁਣ ਇੱਥੇ ਵੀਜ਼ਾ ਰਿਫਿਊਜ਼ ਕਰਕੇ ਕਿੱਥੇ ਜਾਣਾ ਉਹਨਾਂ ਨੇ? ਅੱਜ ਸਮੇਂ ਦੀ ਲੋੜ ਹੈ। ਅੱਜ ਘਾਟੇ ਪੈ ਰਹੇ ਕਾਰੋਬਾਰਾਂ ਨੂੰ। ਜੇ ਸਰਕਾਰ ਨੇ ਇਦਾਂ ਦੀ ਪਾਲਿਸੀ ਲਿਆਂਦੀ ਹੈ ਤਾਂ ਵੀਜ਼ਾ ਦੇਣਾ ਚਾਹੁੰਦੇ ਨੇ ਉਹ ਤੁਹਾਨੂੰ। ਤੁਹਾਡੇ ਘਰ ਚਿੱਠੀ ਨਹੀਂ ਪਾਣੀ, ਕਿਸੇ ਨੇ ਅਖਬਾਰ 'ਚ ਨਹੀਂ ਕਢਾਣਾ ਕੈਨੇਡਾ ਗਵਰਨਮੈਂਟ ਨੇ ਕਿ ਅਸੀਂ ਬਿਨਾਂ ਆਈਲਟ ਤੇ ਵੀਜ਼ੇ ਲੱਗੇ ਆ ਦੇਣ, ਜਾਂ ਅਸੀਂ ਡੁਲਿੰਗੋ ਤੇ ਲੱਗੇ ਆ, ਜਾਂ ਅਸੀਂ ਗੈਪ ਵਾਲਿਆਂ ਨੂੰ ਦੇਣ ਲੱਗੇ ਆ, ਜਾਂ ਰਿਫਿਊਜ਼ਲ ਵਾਲਿਆਂ ਨੂੰ ਦੇਣ ਲੱਗੇ ਆ। ਇਸ਼ਾਰਾ ਸਮਝੀਦਾ ਹੁੰਦਾ ਹੈ। ਜਦੋਂ ਬੱਦਲ ਗਰਜਦੇ ਆ ਨਾ, ਤਿਆਰੀ ਕਰ ਲਈਦੀ ਆ ਵੀ ਮੀਂਹ ਪੈਣ ਵਾਲਾ ਵਾ। ਤੇ ਜਿਹਨੇ ਕਣਕ ਝੋਨਾ ਲਾਣਾ ਵਾ, ਜਿਹਨੇ ਕੋਈ ਫਸਲ ਲਾਣੀ ਹੈ, ਤੇ ਮੀਂਹ ਦਾ ਲਾਇਆ ਲੈ ਲਈਦਾ ਹੁੰਦਾ। ਅੱਜ ਸਮਾਂ ਵਾ, ਅੱਜ ਸਮਾਂ ਤੁਹਾਡੇ ਫੇਵਰ ਦੇ ਵਿੱਚ ਹੈ ਕਿ ਅੱਜ ਤੁਹਾਨੂੰ ਦਾਖਲਾ 2-2 4-4 ਦਿਨਾਂ ਦੇ ਵਿੱਚ ਮਿਲਦਾ ਪਿਆ। ਉਹ ਵੀ ਸਮੇਂ ਸੀਗੇ ਜਦੋਂ 2-2 ਮਹੀਨੇ ਲੱਗ ਜਾਂਦੇ ਸੀ ਦਾਖਲਾ ਲੈਣ ਨੂੰ। ਅੱਜ ਕੈਨੇਡਾ ਦੇ ਸਾਰੇ ਕਾਲਜਾਂ 'ਚ ਦਾਖਲੇ ਖੁੱਲੇ ਹੋਏ ਆ ਸਤੰਬਰ ਇਨਟੇਕ ਦੇ। ਜਨਵਰੀ ਦੀਆਂ ਸੀਟਾਂ ਨਹੀਂ ਕਿਸੇ ਕੋਲ ਵੀ। ਇਹ ਵਹਿਮ ਹੈ ਬੰਦੇ ਦਾ। ਹਰ ਕਿਸੇ ਦਾ ਦਿਮਾਗ ਆਪਣੇ ਹਿਸਾਬ ਨਾਲ ਚਲਾਉਂਦਾ ਕੋਈ। ਮੈਂ ਅੱਜ ਤੱਕ ਕਦੀ ਕਿਸੇ ਨੂੰ ਫੋਲੋ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਨਕਲ ਨਹੀਂ ਮਾਰਦੇ, ਅਸੀਂ ਆਪ ਦਾ ਵਪਾਰ ਕਰਦੇ ਹਾਂ, ਆਪਦੇ ਢੰਗ ਹੈ ਸਾਡੇ। ਤੇ ਮੇਰੀ ਛੋਟੀ ਜਿਹੀ ਪ੍ਰੈਡਿਕਸ਼ਨ ਯਾਦ ਰੱਖਿਓ ਕਿ ਜੇ ਤੁਸੀਂ ਹੁਣ ਸਤੰਬਰ 'ਚ ਇਹ ਮੌਕਾ ਖੁੰਝ ਗਏ, ਵਾਰੀ ਅਗਲੇ ਸਾਲ ਆਣੀ ਹੈ। ਔਰ ਅਗਲੇ ਸਾਲ ਜਦੋਂ ਵਾਰੀ ਆਣੀ ਹੈ ਤਾਂ ਫਿਰ ਤਾਂ ਲਾਈਨ 'ਚ ਲੱਗਣਾ ਤੁਸੀਂ, ਤੇ ਤੁਹਾਡੇ ਨਾਲ ਲਾਈਨ 'ਚ ਹੋਰ ਵੀ ਬੜੇ ਵੀਰ ਲੱਗਣਗੇ। ਅੱਜ ਸਮਾਂ ਤੁਹਾਡੇ ਨਾਲ ਹੈ। ਅੱਜ ਸਮਾਂ ਤੁਹਾਡੇ ਫੇਵਰ 'ਚ ਹੈ ਕਿ ਕਾਲਜਾਂ ਦੇ ਕੋਲ ਸੀਟਾਂ ਹੈਗੀਆਂ। ਅੱਜ ਸਮਾਂ ਤੁਹਾਡੇ ਫੇਵਰ 'ਚ ਹੈ ਕਿ ਤੁਸੀਂ 50% ਪੜ੍ਹਾਈ ਇੱਥੇ ਪੜ੍ਹ ਲੈਣੀ। ਤੁਹਾਡਾ ਸਾਲ ਦਾ ਕੋਰਸ ਹੈ, 6 ਮਹੀਨੇ ਦੀ ਪੜ੍ਹਾਈ ਤੁਸੀਂ ਇੰਡੀਆ ਹੀ ਪੜ੍ਹ ਲੈਣੀ। ਉੱਥੇ ਉਤਰ ਕੇ 6 ਮਹੀਨੇ ਪੜ੍ਹੋਗੇ, ਵਰਕ ਪਰਮਿਟ ਮਿਲ ਜੂਗਾ ਤੁਹਾਨੂੰ। ਕੰਮ ਕਰਨਾ ਹੀ ਚਾਹੁੰਦੇ ਹਾਂ ਅਸੀਂ। ਜਦ ਨੂੰ ਹਾਲਾਤ ਵੀ ਠੀਕ ਹੋ ਜੂਗੇ, ਖਰਚਾ ਵੀ ਨਹੀਂ ਤੁਹਾਡਾ ਕੋਈ ਬਹੁਤਾ ਹੋਣਾ। ਇਸ ਚੀਜ਼ ਨੂੰ ਸਮਝਣਾ ਤੁਸੀਂ। ਜੇ ਤੁਹਾਨੂੰ ਮੇਰੀ ਗੱਲ ਸਮਝ ਲੱਗ ਜੂਗੀ ਤਾਂ ਤੁਸੀਂ ਸਤੰਬਰ 'ਚ ਕਲਾਸਾਂ ਲਾਣੀਆਂ ਸ਼ੁਰੂ ਕਰ ਦਿਓਗੇ। ਜੇ ਤੁਹਾਨੂੰ ਮੇਰੀ ਗੱਲ ਨਾ ਸਮਝ ਲੱਗੀ, ਫਿਰ ਤੁਸੀਂ ਅਗਲੇ ਸਾਲ ਸਤੰਬਰ 'ਚ ਜਾਓਗੇ, ਜਾਂ ਤੁਸੀਂ ਫਿਰ ਸਤੰਬਰ ਜਾਂ ਜਨਵਰੀ ਦੇ ਵਿੱਚ ਯੂਕੇ ਚਲੇ ਜਾਓਗੇ। ਹੁਣ ਕੀ ਫਰਕ ਹੈ ਯੂਕੇ ਦਾ?
ਯੂਕੇ 'ਚ ਤੁਹਾਨੂੰ 4 ਸਾਲ ਪੜ੍ਹਨਾ ਪੈਣਾ, 4 ਸਾਲ ਦੀ ਬੈਚਲਰ ਡਿਗਰੀ ਕਰਨੀ ਪੈਣੀ ਹੈ, ਫਿਰ ਕੋਈ ਰਾਹ ਖੁੱਲ੍ਹਣਾ। ਇੱਥੇ ਤਾਂ 8 ਮਹੀਨਿਆਂ 'ਚ ਕੋਰਸ ਮੁੱਕ ਜਾਂਦਾ ਕੈਨੇਡਾ 'ਚ। ਫਿਰ ਉਹ ਕਹਿ ਰਹੇ ਆਪਦੇ ਮੁਲਕ 'ਚ ਰਹੋ, ਆਪਦੇ ਘਰ ਰਹੋ, ਆਪਦੇ ਪਰਿਵਾਰ ਦੇ ਨਾਲ ਰਹੋ। ਅੱਜ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕੈਨੇਡਾ ਵੱਲੋਂ। ਅਗਲੇ ਕਹਿੰਦੇ ਸਾਡੇ ਕੋਲ ਵੀਜ਼ਾ ਅਪਲਾਈ ਕਰੋ, ਆਪਦੇ ਘਰ ਬਹਿ ਕੇ ਆਰਾਮ ਨਾਲ ਪੜ੍ਹੋ, 6 ਮਹੀਨੇ ਪੜ੍ਹ ਲਓ, ਜਦੋਂ ਹਾਲਾਤ ਠੀਕ ਹੋ ਜਾਊਗੇ ਉਦੋਂ ਤੁਹਾਨੂੰ ਵੀਜ਼ਾ ਦੁਬਾਰਾ ਦੇ ਦਾਂਗੇ, ਸੈਕਿੰਡ ਸਟੇਜ ਦਾ, ਉਦੋਂ ਤੁਸੀਂ ਆ ਜਾਓ। ਇੱਦਾਂ ਦਾ ਮੌਕਾ ਕਦੀ ਦੁਨੀਆ 'ਚ ਦੁਬਾਰਾ ਨਹੀਂ ਮਿਲਣਾ ਤੁਹਾਨੂੰ। ਜ਼ਿੰਦਗੀ 'ਚ ਪਹਿਲੀ ਵਾਰੀ ਇੱਦਾਂ ਹੋ ਰਿਹਾ ਕਿ ਉੱਥੇ ਦੀ ਸਰਕਾਰ ਕਹਿ ਰਹੀ ਘਰ ਬੈਠ ਕੇ ਪੜ੍ਹ ਵੀ ਲਓ ਤੁਸੀਂ, ਔਰ ਅਸੀਂ ਉਹ ਪੜ੍ਹਾਈ ਦੇ ਬੇਸ ਤੇ ਤੁਹਾਨੂੰ ਵਰਕ ਪਰਮਿਟ ਵੀ ਦੇ ਦਿਆਂਗੇ। ਇਸ ਕਰਕੇ ਸਿਆਣੇ ਬਣੋ, ਜਿੰਨੀ ਜਲਦੀ ਹੁੰਦਾ ਇਹਨੂੰ ਅਪਲਾਈ ਕਰੋ। ਜੇ ਅੱਜ ਅਪਲਾਈ ਨਹੀਂ ਕੀਤਾ, ਵਾਰੀ ਅਗਲੇ ਸਾਲ ਆਣੀ, ਉਦੋਂ ਤੋਂ ਪਹਿਲਾਂ ਨਹੀਂ ਆਣੀ। ਬਹੁਤ ਸਾਰੇ ਬੱਚਿਆਂ ਨੂੰ ਵਹਿਮ ਹੈ ਆਈਲੈਟ ਨਹੀਂ ਹੁੰਦਾ ਪਿਆ ਤੇ ਡੁਲਿੰਗੋ ਤੇ ਵੀਜ਼ਾ ਨਹੀਂ ਆਣਾ। ਨੈਗੇਟਿਵ ਸੋਚਣਾ ਬੰਦ ਕਰੀਏ। ਅਸੀਂ ਕਰੋਨਾ ਕਦੀ ਖਤਮ ਨਹੀਂ ਹੋਣਾ, ਕਿਉਂ ਨਹੀਂ ਕਹਿੰਦੇ ਕਿ ਬਣ ਗਈ ਦਵਾਈ ਕਰੋਨਾ ਦੀ। ਪੋਜ਼ਿਟਿਵ ਆ ਨਾ ਅਸੀਂ ਕਿ ਹਾਂ, ਅੱਤ ਦਾ ਵੀ ਇੱਕ ਨਾ ਇੱਕ ਵੈਰ ਹੁੰਦਾ, ਕਿਤੇ ਨਾ ਕਿਤੇ ਤਾਂ ਕੋਈ ਚੀਜ਼ ਖਤਮ ਹੋਣੀ ਹੈ, ਕਦੀ ਕੋਈ ਸਾਰੀ ਜ਼ਿੰਦਗੀ ਲਈ ਥੋੜੀ ਚੱਲਦੀ ਹੈ। ਤੇ ਡੁਲਿੰਗੋ ਨੂੰ ਲੈ ਕੇ ਨੈਗੇਟਿਵ ਨਾ ਹੋਵੋ, ਆਪਣੇ ਦਿਮਾਗ ਦੇ ਵਿੱਚ ਨੈਗੇਟਿਵਿਟੀ ਕੱਢ ਦਿਓ। ਅੱਜ ਸਾਰੇ ਕਾਲਜਾਂ ਨੇ ਡੁਲਿੰਗੋ ਨੂੰ ਕਿਉਂ ਮਾਨਤਾ ਦੇ ਦਿੱਤੀ? ਅੱਜ ਸਾਰੀਆਂ ਕੰਟਰੀਆਂ ਨੇ ਡੁਲਿੰਗੋ ਨੂੰ ਕਿਉਂ ਮਾਨਤਾ ਦੇ ਦਿੱਤੀ? ਇਹ ਟੈਕਨੋਲੋਜੀ ਵਾਲਾ ਟੈਸਟ ਹੈ, ਇਹ ਤੁਸੀਂ ਘਰ ਬੈਠ ਕੇ ਦੇਣਾ, 2 ਦਿਨ 'ਚ ਤੁਹਾਡਾ ਰਿਜ਼ਲਟ ਆਉਂਦਾ ਪਿਆ ਵਾ। ਜਿਨ੍ਹਾਂ ਨੂੰ ਲੱਗਦਾ ਕਿ ਨਹੀਂ ਇਹਨੂੰ ਤਾਂ ਕੈਨੇਡਾ ਅੰਬੈਸੀ ਨੇ ਮਾਨਤਾ ਨਹੀਂ ਦਿੱਤੀ, ਵੀ ਬਹਿ ਜਾਓ ਆਰਾਮ ਨਾਲ ਟਿਕ ਕੇ, ਜਦੋਂ ਆਇਲਸ ਦੇ ਵਿੱਚ 6 'ਚ ਆ ਜੂਗੇ ਉਦੋਂ ਅਪਲਾਈ ਕਰ ਲਿਓ। ਬਾਰ-ਬਾਰ ਇਹੀ ਸਵਾਲ ਤੁਸੀਂ ਪੁੱਛਦੇ ਹੋ ਨਾ, ਇਰੀਟੇਟ ਕਰਦਾ ਸਵਾਲ ਕਿ ਜਦੋਂ ਇੱਕ ਚੀਜ਼ ਕਲੀਅਰ ਹੋ ਗਈ ਕਿ ਦਾਖਲਾ ਦੇਣਾ ਉੱਥੇ ਦੀ ਸਰਕਾਰ ਨੇ, ਦਾਖਲਾ ਦੇਣਾ ਉੱਥੇ ਦੇ ਕਾਲਜ ਨੇ, ਜਦੋਂ ਕਾਲਜ ਦਾਖਲਾ ਦੇਣ ਨੂੰ ਤਿਆਰ ਹੈ, ਸਰਕਾਰੀ ਕਾਲਜ ਕਾਗਜ਼ ਤੁਹਾਨੂੰ ਦਾਖਲਾ ਦੇਣ ਲਈ ਤਿਆਰ ਹੈ, ਫਿਰ ਵਹਿਮ ਹੈ ਕਿ ਨਹੀਂ ਡੁਲਿੰਗੋ ਤੇ ਤਾਂ ਵੀਜ਼ਾ ਨਹੀਂ ਆਣਾ। ਇਸ ਕਰਕੇ ਪੋਜ਼ਿਟਿਵ ਹੋਈਏ, ਡੁਲਿੰਗੋ ਕਰੀਏ। 2 ਦਿਨ 3 ਦਿਨ 'ਚ ਹੋ ਜਾਂਦਾ, 3-4 ਹਜ਼ਾਰ ਰੁਪਈਆ ਲੱਗਦਾ। ਡੁਲਿੰਗੋ ਕਰਕੇ ਆਪਦੀ ਲਾਈਨ 'ਚ ਲੱਗ ਜਾਈਏ। ਸਾਰੇ ਕਾਲਜਾਂ ਦੇ ਵਿੱਚ ਸੀਟਾਂ ਖਾਲੀ ਪਈਆਂ, ਸਿਆਣੇ ਬਣੋ, ਅਪਲਾਈ ਕਰੋ ਔਰ ਇਸ ਚੀਜ਼ ਦਾ ਲਾਹਾ ਲਓ। ਬਾਕੀ ਜਿਨ੍ਹਾਂ ਕੋਲ ਆਇਲਸ ਨਹੀਂ ਹੈਗੀ ਉਹ ਡੁਲਿੰਗੋ ਕਰ ਲਓ, ਘੱਟੋ ਘੱਟ ਅੰਗਰੇਜ਼ੀ ਦਾ ਕੋਈ ਸਰਟੀਫਿਕੇਟ ਤਾਂ ਹੋਊਗਾ। ਸਰਕਾਰੀ ਕਾਲਜਾਂ ਵਾਲੇ 110 ਨੰਬਰ ਮੰਗਦੇ ਆ, ਕੁਝ ਕਾਲਜਾਂ ਵਾਲੇ 100 ਨੰਬਰ ਤੇ ਵੀ ਦੇ ਦਿੰਦੇ ਆ, ਪ੍ਰਾਈਵੇਟ ਕਾਲਜਾਂ ਵਾਲੇ 80-90 ਨੰਬਰਾਂ ਤੇ ਵੀ ਦੇ ਦਿੰਦੇ ਆ। ਇਸ ਕਰਕੇ ਸਿਆਣੇ ਬਣੋ। ਜਿਹੜਾ ਇਹ 2 ਸਟੈਪ ਵੀਜ਼ਾ ਸ਼ੁਰੂ ਹੋਇਆ, ਇਹਦਾ ਲਾਹਾ ਉਠਾਓ। ਪਹਿਲੇ ਸਟੈਪ ਦੇ ਵਿੱਚ ਕੀ ਦੇਣਾ? ਆਪਦੇ ਕਾਗਜ਼ ਦੇਣੇ ਆ, ਕਾਗਜ਼ਾਂ ਨਾਲ ਵੀਜ਼ਾ ਲੱਗ ਜਾਣਾ, ਪੜ੍ਹਾਈ ਸ਼ੁਰੂ ਹੋ ਜਾਣੀ ਹੈ। ਬਾਕੀ ਪੈਸੇ ਤੁਸੀਂ ਜਿਹੜੇ ਸਾਨੂੰ ਦੇਣੇ, ਪੈਸੇ ਵੀਜ਼ਾ ਤੋਂ ਬਾਅਦ ਹੀ ਦੇਣੇ। ਅਸੀਂ ਤੁਹਾਡੇ ਕੋਲੋਂ ਕੋਈ ਵੀ ਪੈਸਾ ਪਹਿਲਾਂ ਨਹੀਂ ਭਰਾ ਰਹੇ। ਹਾਂ, ਤੁਸੀਂ ਪਾਰਟੀਕੂਲਰਲੀ ਕਿਸੇ ਯੂਨੀਵਰਸਿਟੀ 'ਚ ਜਾਣਾ, ਤੁਸੀਂ ਕਿਸੇ ਕਾਲਜ ਜਾਣਾ, ਉਹਦੀ ਪਾਲਿਸੀ ਉਹ ਤੁਹਾਨੂੰ ਪੈਸੇ ਤਾਰਨੇ ਪੈਣਗੇ। ਬਾਕੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਵਹਿਮ ਹੈ, ਤੁਸੀਂ ਮੈਨੂੰ ਈਮੇਲ ਕਰ ਸਕਦੇ ਜੇ। ਹੋ ਸਕਦਾ ਮੈਂ 2-4-5 ਘੰਟੇ ਤੁਹਾਡੇ ਮੇਲ ਦਾ ਜਵਾਬ ਨਾ ਦੇਵਾਂ, ਮੈਂ ਅਗਲੇ ਦਿਨ ਤੁਹਾਡੀ ਈਮੇਲ ਦਾ ਜਵਾਬ ਜ਼ਰੂਰ ਦੇ ਦਾਂਗਾ। ਅਸੀਂ ਕਿਉਂ ਈਮੇਲ ਨੂੰ ਜ਼ਿਆਦਾ ਜ਼ੋਰ ਲਾ ਰਹੇ ਹਾਂ? ਕਿਉਂਕਿ ਸਾਰਿਆਂ ਨੂੰ ਸਾਰਿਆਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲ ਪਾ ਰਹੇ। ਸਾਰਾ ਮੇਲ ਦਾ ਐਕਸੈਸ ਮੈਂ ਆਪਣੇ ਕੋਲ ਰੱਖਿਆ। ਸਾਡੇ ਦਫ਼ਤਰ ਟੈਂਪਰੇਰੀ ਤੌਰ ਦੇ ਉੱਤੇ ਕਲੋਜ਼ ਹੈ, ਔਰ ਸਾਨੂੰ ਵੀ ਨਹੀਂ ਪਤਾ ਇਹ ਦਫ਼ਤਰ ਅਸੀਂ ਕਦੋਂ ਖੋਲ੍ਹਣੇ ਆ। ਅਸੀਂ ਚਾਹੁੰਦੇ ਹਾਂ ਤੁਸੀਂ ਵੀ ਸੇਫ ਰਹੋ, ਸਾਡਾ ਸਾਰਾ ਸਟਾਫ ਵੀ ਸੇਫ ਰਹੇ। ਕੰਮ ਆਨਲਾਈਨ ਹੋ ਰਹੇ ਆ, ਥੋੜੇ ਹੋ ਰਹੇ ਆ, ਆਪਾਂ ਥੋੜਾ ਕੰਮ ਕਰ ਲਈਏ, ਬਟ ਆਪਾਂ ਕਿਸੇ ਦੀ ਜਾਨ ਨੂੰ ਜੋਖਮ 'ਚ ਨਾ ਪਾਈਏ। ਸਾਡੇ ਸਾਰੇ ਦਫ਼ਤਰ ਬੰਦ ਆ, ਅਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਵਾਕ-ਇਨ ਨਹੀਂ ਕਰਾ ਰਹੇ। ਸਾਡੇ ਕਿਸੇ ਵੀ ਦਫ਼ਤਰ 'ਚ ਸਾਡਾ ਸਟਾਫ ਨਹੀਂ ਆ ਰਿਹਾ। ਜਿਹੜਾ ਵੀ ਸਟਾਫ ਕੰਮ ਕਰਦਾ ਪਿਆ ਆਪਣੇ ਘਰੋਂ ਕਰਦਾ ਪਿਆ। ਤੁਸੀਂ ਮੈਨੂੰ ਈਮੇਲ ਕਰੋ, ਜੋ ਵੀ ਤੁਹਾਡਾ ਕੰਸਰਨ ਹੈ, ਕਿਹੜੇ ਕਾਲਜ ਦਾਖਲਾ ਲੈਣਾ, ਕਦੋਂ ਜਾਣਾ, ਹਰ ਚੀਜ਼ ਦਾ ਸੋਲੂਸ਼ਨ ਤੁਹਾਨੂੰ 2-4-5 ਘੰਟਿਆਂ ਤੱਕ ਦੇਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।